ਖਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਸੀ। ਉਸ ਐਲਾਨਨਾਮੇ ਤੋਂ ਬਾਅਦ ਖਾਲਿਸਤਾਨ ਦਾ ਹਥਿਆਰਬੰਦ ਸੰਘਰਸ਼, ਪੋਲੀਟੀਕਲ ਸੰਘਰਸ਼ ਇਸ ਧਰਤੀ 'ਤੇ ਲੜਿਆ ਗਿਆ। ਹਾਲਾਂਕਿ ਖਾਲਿਸਤਾਨ ਦੀ ਜਦੋਜਹਿਦ ਉਸ ਤੋਂ ਪਹਿਲਾਂ ਵੀ ਸਟਾਰਟ ਹੋ ਚੁੱਕੀ ਸੀ ਔਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਸ ਨੂੰ ਤੇਜ਼ੀ ਫੜੀ ਔਰ ਉਸੇ ਸੰਦਰਭ ਦੇ ਵਿੱਚ ਹੀ ਇਹ ਐਲਾਨਨਾਮੇ ਨੂੰ ਵੀ ਅਸੀਂ ਦੇਖਦੇ ਹਾਂ। ਇਸ ਐਲਾਨਨਾਮੇ ਤੋਂ ਬਾਅਦ ਪੰਜਾਬ ਦੇ ਅੰਦਰ ਖਾਲਿਸਤਾਨ ਦੇ ਲਈ ਬਹੁਤ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਤਸ਼ੱਦਦ ਸਹਿਆ, ਵਿਦੇਸ਼ਾਂ ਨੂੰ ਜਾਣਾ ਪਿਆ, ਉਹਨਾਂ ਨੂੰ ਜਲਾਵਤਨੀ ਹੰਡਾਉਣੀ ਪਈ, ਬਹੁਤ ਕੁਝ ਹੋਇਆ ਔਰ ਦੋਨਾਂ ਤਰਫਾਂ ਤੋਂ ਬਹੁਤ ਖੂਨ ਡੁੱਲਿਆ। ਲੇਕਿਨ ਸੰਘਰਸ਼ ਚੱਲਦਾ ਰਿਹਾ। ਭਾਰਤ ਸਰਕਾਰ ਨੇ ਆਪਣੀ ਮਾਈਟ, ਆਪਣੀ ਤਾਕਤ, ਕਾਲੇ ਕਾਨੂੰਨਾਂ ਰਾਹੀਂ ਲੋਕਾਂ ਨੂੰ ਲੰਮੀਆਂ ਜੇਲ੍ਹਾਂ ਦੇ ਅੰਦਰ ਸੁੱਟ ਕੇ ਦਬਾਉਣਾ ਚਾਹਿਆ, ਪਰ ਬਦਲਵੇਂ ਰੂਪ ਦੇ ਵਿੱਚ ਖਾਲਿਸਤਾਨ ਸੰਘਰਸ਼ ਵੀ ਚੱਲਦਾ ਰਿਹਾ। ਖਾਲਿਸਤਾਨ ਦਾ ਆਈਡੀਆ, ਸੋਚ, ਸੁਪਨਾ ਇਹ ਵੀ ਨਾਲ ਦੇ ਨਾਲ ਅੱਗੇ ਜਿਉਂਦੇ ਜਾਗਦੇ ਅੱਗੇ ਚੱਲਦੇ ਗਏ। 37 ਵਰ੍ਹੇ ਬੀਤ ਗਏ ਨੇ, ਬਹੁਤ ਕੁਝ ਵਾਪਰ ਚੁੱਕਾ ਹੈ। ਦੋ ਧਾਰਾਵਾਂ ਬਹੁਤ ਨੈਗੇਟਿਵ ਇੰਡੀਅਨ ਗਵਰਨਮੈਂਟ ਨੇ ਵੈਸਟ ਦੇ ਵਿੱਚ ਤੇ ਇੰਡੀਅਨ ਸਿਵਲ ਸੁਸਾਇਟੀ ਦੇ ਵਿੱਚ ਭਰੀਆਂ ਨੇ। ਅਸੀਂ ਅੱਜ ਦੇ ਦਿਨ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ। ਇੱਕ ਕਿ ਖਾਲਿਸਤਾਨ ਕੇਵਲ ਇੱਕ ਧਰਮ ਆਧਾਰਿਤ ਮੁਲਕ ਹੋਵੇਗਾ। ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਖਾਲਿਸਤਾਨ ਸਾਰਿਆਂ ਦਾ ਹੈ, ਸਾਰੇ ਪੰਜਾਬੀਆਂ ਦਾ ਹੈ। ਜਿਹੜੇ ਪੰਜਾਬੀ ਅੱਜ ਇੱਥੇ ਵਸਨੀਕ ਨੇ, ਹਿੰਦੂ, ਸਿੱਖ, ਮੁਸਲਮਾਨ, ਕ੍ਰਿਸਚਨ, ਦਲਿਤ, ਸਾਰੇ ਖਾਲਿਸਤਾਨ ਦੇ ਬਰਾਬਰ ਦੇ ਸਾਂਝੇ ਭਾਈਵਾਲ ਨੇ। ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਇਹ ਜਿਹੜਾ ਕੋਈ ਥਿਓਰੀਕੈਟਿਕ ਸਟੇਟ ਨਹੀਂ ਹੋਵੇਗਾ। ਦੂਸਰੀ ਗੱਲ ਜਿਹੜੀ ਭਰੀ ਗਈ ਹੈ ਉਹ ਇਹ ਭਰੀ ਗਈ ਹੈ ਕਿ ਇੱਥੇ ਬਹੁਤ ਉਥਲ ਪੁਥਲ ਹੋਏਗਾ, ਜਿਵੇਂ 47 ਦੇ ਵਿੱਚ ਹੋਇਆ ਸੀ। ਹਿਊਮਨ ਮਾਈਗ੍ਰੇਸ਼ਨ ਹੋਏਗੀ ਬਹੁਤ ਵੱਡੇ ਪੱਧਰ 'ਤੇ। ਅਸੀਂ ਉਹ ਵੀ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਹਿਊਮਨ ਮਾਈਗ੍ਰੇਸ਼ਨ ਨੂੰ ਬੜਾਵਾ ਨਹੀਂ ਦੇ ਰਹੇ। ਈਵਨ ਐਲਾਨਨਾਮੇ ਦੇ ਵਿੱਚ ਇਹ ਦਰਜ ਹੈ ਕਿ ਅਸੀਂ ਉਥਲ ਪੁਥਲ ਨਹੀਂ ਚਾਹੁੰਦੇ, ਅਸੀਂ ਅਣਜਾਈ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਹਾਂ। ਸੋ 37 ਵਰ੍ਹੇ ਪਹਿਲਾਂ ਜਿਹੜੀ ਗੱਲ ਕਹੀ ਗਈ ਸੀ ਉਹ ਅੱਜ ਅਸੀਂ ਉਹਦੇ 'ਤੇ ਕਾਇਮ ਹਾਂ। ਅਤੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਇੰਡੀਆ ਫਿਰ ਵੀ ਇਸ ਨੂੰ ਅਗਰ ਮਾਨਤਾ ਨਹੀਂ ਦੇਗਾ ਅਤੇ ਕ੍ਰਸ਼ ਕਰੇਗਾ ਅਤੇ ਸਾਨੂੰ ਮਜਬੂਰਨ ਅੱਗੋਂ ਲੜਦੇ ਰਹਿਣਾ ਪਏਗਾ, ਉਹਦੇ ਲਈ ਅੱਜ ਵੀ ਸਾਡੇ ਲਈ ਪੋਜੀਸ਼ਨ ਉਹੀ ਹੈ ਕਿ ਅਗਰ ਉਹ ਪੀਸਫੁਲੀ ਖਾਲਿਸਤਾਨ ਨੂੰ ਹੋਂਦ ਵਿੱਚ ਆਏ ਨੂੰ ਮਾਨਤਾ ਨਹੀਂ ਦਿੰਦਾ ਅਤੇ ਅਸੀਂ ਆਪਣੀ ਫਾਈਟ ਜਾਰੀ ਰੱਖਾਂਗੇ। ਪਰ ਸਾਡਾ ਦਲ ਖਾਲਸਾ ਦਾ ਏਜੰਡਾ ਪੀਸਫੁਲ ਅਤੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੰਘਰਸ਼ ਨੂੰ ਲੜਨਾ ਹੈ। ਪਿਛਲੇ ਦਿਨਾਂ ਕਰਨਾਟਕਾ ਦੇ ਵਿੱਚ ਇੰਡੀਅਨ ਹੋਮ ਮਿਨਿਸਟਰ ਨੇ ਜਾ ਕੇ ਇਹ ਗੱਲ ਕਹੀ ਕਿ ਖਾਲਿਸਤਾਨ ਦੀ ਪੰਜਾਬ ਦੇ ਵਿੱਚ ਕੋਈ ਵੇਵ ਨਹੀਂ ਹੈ। ਅਸੀਂ ਉਹਨਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਸਾਨੂੰ ਉਹ ਦੱਸਣ ਦੀ ਖੇਚਲ ਕਰਨ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਵੇਵ, ਲਹਿਰ ਦੀ ਕੀ ਪਰਿਭਾਸ਼ਾ ਹੈ। ਕੀ ਉਹਨਾਂ ਦੀ ਨਜ਼ਰ ਦੇ ਵਿੱਚ ਲਹਿਰ ਉਹਨੂੰ ਕਹਿੰਦੇ ਨੇ ਜਿੱਥੇ ਬੰਬ ਫੁੱਟਦੇ ਹੋਣ, ਜਿੱਥੇ ਗੋਲੀ ਚੱਲਦੀ ਹੋਵੇ, ਜਿੱਥੇ ਖੂਨ ਖਰਾਬਾ ਹੋ ਰਿਹਾ ਹੋਵੇ, ਉਹਨੂੰ ਲਹਿਰ ਕਹਿੰਦੇ ਨੇ? ਜੇ ਉਹਨੂੰ ਲਹਿਰ ਕਹਿੰਦੇ ਨੇ ਤਾਂ ਫਿਰ ਉਹ ਬਹੁਤ ਵੱਡੇ ਇੱਕ ਗਲਤਫਹਿਮੀ ਦੇ ਵਿੱਚ ਨੇ। ਲਹਿਰ ਦੇ ਲਈ ਜੀਵਤ ਹੋਣਾ, ਜਿਉਂਦੇ ਹੋਣਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਵਾਇਲੈਂਸ ਕਰਕੇ ਦਿਖਾਵਾ ਕਰੋ। ਜਿਹੜੀ ਲਹਿਰ ਹੁੰਦੀ ਹੈ ਉਹ ਸੋਚ ਅਤੇ ਸੁਪਨਿਆਂ ਦੇ ਨਾਲ, ਸੈਂਟੀਮੈਂਟਸ ਦੇ ਨਾਲ, ਐਸਪੀਰੇਸ਼ਨਸ ਦੇ ਨਾਲ ਜਿਉਂਦੀ ਰਹਿੰਦੀ ਹੈ ਅਤੇ ਪੰਜਾਬ ਦੇ ਵਿੱਚ ਇਹ ਲਹਿਰ ਜਿਉਂਦੀ ਹੈ। ਜੇਕਰ ਅਮਿਤ ਸ਼ਾਹ ਨੂੰ ਕੋਈ ਭੁਲੇਖਾ ਹੈ, ਜੋ ਆਪਣੀ ਇੰਟੈਲੀਜੈਂਸ ਅਤੇ ਅਫਸਰਸ਼ਾਹੀ ਦੀਆਂ ਰਿਪੋਰਟਾਂ ਦੇ ਉੱਤੇ ਕਿਸੇ ਭੁਲੇਖੇ ਵਿੱਚ ਨੇ, ਉਹ ਗਲਤ ਅੰਦਾਜ਼ਾ ਲਾ ਕੇ ਬੈਠੇ ਨੇ, ਅਤੇ ਫਿਰ ਅਸੀਂ ਉਹਨਾਂ ਨੂੰ ਜੂਨ ਦੇ ਮਹੀਨੇ ਪਹਿਲੇ ਹਫ਼ਤੇ ਪੰਜਾਬ ਆਉਣ ਦਾ ਨਿਮੰਤਰਣ ਦਿੰਦੇ ਹਾਂ। ਅਸੀਂ ਕਹਿੰਦੇ ਆ ਕੇ ਦੇਖ ਲਓ ਕਿ ਪੂਰੇ ਪੰਜਾਬ ਦੀ ਫਿਜ਼ਾ ਦੇ ਵਿੱਚ ਕਿਸ ਤਰ੍ਹਾਂ ਖਾਲਿਸਤਾਨ ਦੇ ਸਲੋਗਨਸ ਗੂੰਜਣਗੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਇਸ ਇਲੂਜ਼ਨ 'ਚੋਂ, ਇਸ ਗੱਲ ਤੋਂ ਬਾਹਰ ਆਉਣ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਉਹੀ ਵੇਵ ਹੈ ਜਿੱਥੇ ਉਥਲ ਪੁਥਲ ਹੋ ਰਹੀ ਹੈ, ਜਿੱਥੇ ਗੋਲੀ ਚੱਲ ਰਹੀ ਹੈ, ਜਿੱਥੇ ਖੂਨ ਖਰਾਬਾ ਹੋ ਰਿਹਾ। ਜੇ ਨਹੀਂ ਹੋ ਰਿਹਾ ਤਾਂ ਚੰਗੀ ਗੱਲ ਹੈ ਨਾ, ਨਹੀਂ ਹੋ ਰਿਹਾ ਅਤੇ ਸਗੋਂ ਜਿੱਥੇ ਨਹੀਂ ਹੋ ਰਿਹਾ ਹੁੰਦਾ ਉੱਥੇ ਮੌਕਾ ਹੁੰਦਾ ਹੈ ਕਿ ਸਰਕਾਰਾਂ ਡਾਇਲੋਗ ਕਰਕੇ ਜਿਹੜਾ ਕੌਨਫਲਿਕਟ ਨੂੰ ਰਿਜ਼ੋਲਵ ਕਰਨ, ਜਿਹੜਾ ਝਗੜੇ ਦਾ ਹੱਲ ਕੱਢਣ। ਜੇ ਨਹੀਂ ਹੋ ਰਿਹਾ ਤਾਂ ਚੰਗਾ ਹੈ ਨਾ। ਇਹ ਇੱਕ ਗੋਡ ਗਿਫਟਿਡ ਗੱਲ ਹੈ ਕਿ ਇੱਥੇ ਕੁਝ ਐਸਾ ਨਹੀਂ ਹੋ ਰਿਹਾ। ਸੋ ਜਦੋਂ ਨਹੀਂ ਹੋ ਰਿਹਾ ਹੁੰਦਾ ਤਾਂ ਗੱਲਬਾਤ ਦਾ ਰਾਹ ਸੁਖਾਲਾ ਹੁੰਦਾ, ਗੱਲਬਾਤ ਸੌਖੀ ਹੋ ਜਾਂਦੀ ਹੈ ਅਤੇ ਦੋਵੇਂ ਤਰ੍ਹਾਂ ਟੇਬਲ 'ਤੇ ਬੈਠ ਕੇ ਗੱਲ ਕਰ ਲੈਂਦੀਆਂ ਨੇ। ਸੋ ਅਸੀਂ ਉਹਨਾਂ ਨੂੰ ਅੱਜ ਫਿਰ ਸੱਦਾ ਦਿੰਦੇ ਹਾਂ। ਐਲਾਨਨਾਮੇ ਦੇ ਵਿੱਚ ਵੀ ਸੱਦਾ ਸੀ, ਅਸੀਂ ਫਿਰ ਸੱਦਾ ਦਿੰਦੇ ਹਾਂ। ਅਸੀਂ UN ਨੂੰ ਵੀ ਦਿੰਦੇ ਹਾਂ। ਅਸੀਂ ਅਮਰੀਕਾ, UK, ਇੰਗਲੈਂਡ, ਚਾਈਨਾ, ਉਹਨਾਂ ਸਾਰੇ ਮੁਲਕਾਂ ਨੂੰ ਦਿੰਦੇ ਹਾਂ ਕਿ ਤੁਸੀਂ ਇੰਟਰਵੀਨ ਕਰੋ
ਭਾਰਤ ਨੂੰ ਕਹਿੰਦੇ ਆ ਕਿ ਸਭ ਤੋਂ ਪਹਿਲ ਭਾਰਤ ਕਰੇ ਕਿ ਉਹ ਗੱਲਬਾਤ ਕਰੇ ਔਰ ਆਪਣੇ ਉਸ ਸ਼ੈੱਲ ਵਿੱਚੋਂ ਬਾਹਰ ਆਵੇ ਕਿ ਉਸਨੇ ਸਿਰਫ ਜਿੱਥੇ ਮਿਲੀਟੈਂਸੀ ਹੋ ਰਹੀ ਹੈ ਉੱਥੇ ਹੀ ਇੰਟਰਵੀਨ ਕਰਨਾ ਹੈ, ਜਿੱਥੇ ਖੂਨ ਖਰਾਬਾ ਹੋ ਰਿਹਾ ਯੂ ਅਸੀਂ ਇਹ ਵੀ ਦੇਖਿਆ ਔਰ ਇਹ ਤਰਾਸਦੀ ਹੈ। UN ਹੋਵੇ, ਅਮਰੀਕਾ ਹੋਵੇ, ਵੱਡੀਆਂ ਕੰਟਰੀਜ਼ ਹੋਣ, ਜਿੱਥੇ ਖੂਨ ਖਰਾਬਾ ਹੋ ਰਿਹਾ ਉੱਥੇ ਇੰਟਰਵੀਨ ਕਰਦੇ ਨੇ, ਜਿੱਥੇ ਨਹੀਂ ਹੋ ਰਿਹਾ ਉੱਥੋਂ ਇਹ ਕੇਸ ਵੱਟ ਜਾਂਦੇ ਨੇ, ਉਹਨੂੰ ਇਗਨੋਰ ਕਰਦੇ ਨੇ, ਟੋਟਲ ਇਗਨੋਰ ਕਰਦੇ ਨੇ। ਅਸੀਂ ਇਹਨਾਂ ਨੂੰ ਕਹਿੰਦੇ ਆਪਣਾ ਨਜ਼ਰੀਆ ਬਦਲੋ। ਅਗਰ ਖੂਨ ਖਰਾਬਾ ਨਹੀਂ ਹੋ ਰਿਹਾ ਤਾਂ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਅਸੀਂ ਪੰਜਾਬ ਦੇ ਸਾਰੇ ਵਰਗਾਂ ਨੂੰ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਸਾਡੀ ਇਹ ਕਮਿਟਮੈਂਟ ਹੈ, ਅਸੀਂ ਇਸ ਲਹਿਰ ਨੂੰ ਫਤਿਹਯਾਬੀ ਤੱਕ ਨਿਰੰਤਰ ਜਾਰੀ ਰੱਖਾਂਗੇ। ਪਰਮਜੀਤ ਸਿੰਘ ਮੰਡ, ਬੁਲਾਰਾ, ਦਲ ਖਾਲਸਾ। ਅੱਜ ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵੱਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ ਗਈ ਆ ਔਰ ਇਸ ਗੱਲ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਅਰਦਾਸ ਦੇ ਵਿੱਚ ਜਿੱਥੇ ਉਹਨਾਂ ਸਾਰੇ ਸਿੰਘਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਇੰਡੀਆ ਦੀ ਮਾਈਟ ਦੇ ਖਿਲਾਫ ਲੜਦੇ, ਇੰਡੀਆ ਦੀਆਂ ਐਟਰੋਸਿਟੀਜ਼ ਦੇ ਖਿਲਾਫ ਲੜਦੇ ਆਪਣੀਆਂ ਜਾਨਾਂ ਵਾਰੀਆਂ, ਉਹਨਾਂ ਸਾਰੇ ਸਿੰਘਾਂ ਸਿੰਘਣੀਆਂ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਨੇ ਭਾਰਤ ਦਾ ਤਸ਼ੱਦਦ ਝੱਲਦੇ ਹੋਏ ਆਪਣੇ ਸਰੀਰਾਂ ਦੇ ਉੱਤੇ ਸਾਰਾ ਤੇ ਸਾਰਾ ਤਸ਼ੱਦਦ ਝੱਲਿਆ। ਉਹਨਾਂ ਸਾਰੇ ਸਿੰਘਾਂ ਸਿੰਘਣੀਆਂ ਨੂੰ ਵੀ ਯਾਦ ਕੀਤਾ ਗਿਆ, ਉਹਨਾਂ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕੀਤੀ ਗਈ ਜਿਹੜੇ ਚਾਹੇ ਮੌਜੂਦਾ ਸਮੇਂ ਦੇ ਹੋਣ, ਚਾਹੇ ਪੁਰਾਣੇ ਸੰਘਰਸ਼ ਦੇ ਹੋਣ, ਜਿਹੜੇ ਅੱਜ ਤੱਕ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਬੰਦ ਨੇ, ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਔਰ ਉਹਨਾਂ ਸਾਰਿਆਂ ਦਾ ਜਿਹੜਾ ਇੱਕ ਮਕਸਦ ਆ, ਜਿਹੜਾ ਇੱਕ ਟੀਚਾ ਆ, ਜਿਹੜਾ ਇੱਕ ਨਿਸ਼ਾਨਾ ਆ ਕਿ ਪੰਜਾਬ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਇੱਕ ਧਰਤੀ ਦੇ ਉੱਤੇ ਰੂਪਮਾਨ ਹੁੰਦੇ ਹੋਏ ਵੇਖਣਾ, ਉਹਨੂੰ ਉਸ ਨਿਸ਼ਾਨੇ ਨੂੰ ਅੱਗੇ ਲੈ ਕੇ ਜਾਂਦੀ ਹੋਈ ਉਸ ਨਿਸ਼ਾਨੇ ਦੀ ਪੂਰਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਰਦਾਸ ਦਲ ਖਾਲਸਾ ਵੱਲੋਂ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਕੀਤੀ ਗਈ ਆ। ਔਰ ਇਹਦੇ ਨਾਲ ਹੀ ਜਿੱਥੇ ਅਸੀਂ ਇੰਡੀਆ ਨੂੰ ਅਪੀਲ ਕਰਦੇ ਹਾਂ ਉੱਥੇ ਪੂਰੀ ਦੀ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਦੇ ਅੰਦਰ ਚੱਲ ਰਹੀ ਖਾਲਿਸਤਾਨ ਮੂਵਮੈਂਟ ਨੂੰ ਵੇਖੇ, ਇਹਦੇ ਵੱਲ ਵੇਖੇ ਕਿਵੇਂ ਇੱਥੇ ਇੰਡੀਆ ਜਿਹੜਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਦਾ ਪਿਆ ਆ। ਉਹ ਇੰਟਰਨੈਸ਼ਨਲ ਕਮਿਊਨਿਟੀ ਇੰਟਰਵੀਨ ਕਰੇ ਔਰ ਭਾਰਤ ਨੂੰ ਇਸ ਗੱਲ ਦੀ ਪ੍ਰੈਸ ਕਰੇ ਕਿ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਵੇ। ਜਿਹੜੀ ਪੰਜਾਬ ਦੀ ਰਾਜਨੀਤਿਕ ਸਮੱਸਿਆ ਆ ਉਹਨੂੰ ਭਾਰਤ ਆਪਣੀਆਂ ਆਰਮਡ ਫੋਰਸਿਸ ਦੇ ਨਾਲ ਨਜਿੱਠਣਾ ਚਾਹੁੰਦਾ ਹੈ, ਜਿਹੜਾ ਬਿਲਕੁਲ ਗਲਤ ਆ। ਔਰ ਉੱਥੇ ਜਿੱਥੇ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕਰ ਰਹੇ ਹਾਂ ਉੱਥੇ ਇੰਡੀਆ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਚੰਗੇ ਗੁਆਂਢੀ ਦੀ ਤਰ੍ਹਾਂ ਪੇਸ਼ ਆਵੇ। ਅਸੀਂ ਇੱਕ ਚੰਗੇ ਗੁਆਂਢੀ ਦੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਰਹਿਣ ਨੂੰ ਤਿਆਰ ਹਾਂ। ਅੱਜ ਵੀ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨ ਲਈ ਤਿਆਰ ਹਾਂ। ਅਸੀਂ ਵਾਇਲੈਂਸ ਨਹੀਂ ਚਾਹੁੰਦੇ। ਸੋ ਤੁਸੀਂ ਇੱਕ ਮੈਚਿਓਰਡ ਡੈਮੋਕ੍ਰੇਸੀ ਹੋਣ ਦਾ ਜਿਹੜਾ ਦਾਅਵਾ ਕਰਦੇ ਹੋ ਉਹ ਪ੍ਰੂਵ ਕਰੋ। ਪੰਜਾਬ ਦੇ ਲੋਕਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇਵੋ। ਇਕੱਲੇ ਪੰਜਾਬ ਦੇ ਨਹੀਂ, ਜੇ ਕਸ਼ਮੀਰ ਤੁਹਾਡੇ ਤੋਂ ਆਜ਼ਾਦ ਹੋਣਾ ਚਾਹੁੰਦਾ ਉਹਨਾਂ ਨੂੰ ਵੀ ਹੱਕ ਦੇਣਾ ਚਾਹੀਦਾ ਹੈ। ਜੇ ਨਾਗਾਲੈਂਡ ਵਾਲੇ ਤੁਹਾਡੇ ਤੋਂ ਅਲੱਗ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਹੱਕ ਦਿਓ। ਹਰ ਡਾਇਸੈਂਟ ਵੌਇਸ ਦਾ ਸਤਿਕਾਰ ਕਰੋ ਔਰ ਪੰਜਾਬ ਦੇ ਅੰਦਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਿਹੜਾ ਸੰਘਰਸ਼ ਚੱਲ ਰਿਹਾ ਆ, ਜਿਹੜਾ ਪੋਲੀਟੀਕਲ ਸਟਰਗਲ ਆ, ਉਹਨੂੰ ਆਪਣੀਆਂ ਆਰਮਡ ਫੋਰਸਿਸ ਦੇ ਨਾਲ ਨਜਿੱਠਣਾ ਬੰਦ ਕਰੋ। ਇਸ ਤਰੀਕੇ ਦੇ ਨਾਲ ਇਹ ਸੰਘਰਸ਼ ਖਤਮ ਨਹੀਂ ਹੋਣ ਵਾਲਾ ਔਰ ਅਖੀਰ ਦੇ ਉੱਤੇ ਅਸੀਂ ਫਿਰ ਇਹ ਐਲਾਨ ਕਰਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਜਿਹੜਾ ਸਟੇਟ ਪ੍ਰੋਪੇਗੈਂਡਾ ਕੀਤਾ ਜਾਂਦਾ ਉਹ ਇਹ ਕੀਤਾ ਜਾਂਦਾ ਕਿ ਖਾਲਿਸਤਾਨ ਸ਼ਾਇਦ ਇਕੱਲਾ ਸਿੱਖਾਂ ਦਾ ਆ ਜਾਂ ਸਿੱਖਾਂ ਲਈ ਆ ਅਤੇ ਇਹਦੇ 'ਚ ਇਕੱਲੇ ਸਿੱਖਾਂ ਨੇ ਜਿਉਣਾ ਆ। ਇਹ ਇੱਕ ਗਲਤ ਪ੍ਰੋਪੇਗੈਂਡਾ ਆ। ਅਸੀਂ ਹਰ ਕਮਿਊਨਿਟੀ ਨੂੰ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਈਸਾਈ ਹੋਵੇ, ਚਾਹੇ ਉਹ ਲੋਕ ਹੋਣ ਜਿਹੜੇ ਧਰਮ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਹ ਇੱਕ ਰਾਜਨੀਤਿਕ ਸੰਘਰਸ਼ ਹੈ ਔਰ ਇਹਦੇ ਵਿੱਚ ਪੰਜਾਬ ਦੀ ਖੁਸ਼ਹਾਲੀ ਸਮਾਈ ਹੋਈ ਹੈ। ਚਾਹੇ ਉਹ ਇੱਥੇ ਦੀ ਕੋਈ ਕਮਿਊਨਿਟੀ ਹੋਵੇ, ਸਾਰਿਆਂ ਦਾ ਇੱਥੇ ਆਦਰ ਮਾਣ ਸਤਿਕਾਰ ਹੋਵੇਗਾ। ਇੱਥੇ ਨੌਕਰੀਆਂ ਦੀ ਜਿਹੜੀ ਲਿਸਟ ਆ ਉਹ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਚੱਲਿਆ ਕਰੇਗੀ। ਇਹ ਨਹੀਂ ਹੈ ਕਿ ਜੇ ਖਾਲਿਸਤਾਨ ਬਣ ਗਿਆ ਤੇ ਇੱਥੇ ਸਾਰੀਆਂ ਕੁਰਸੀਆਂ ਦੇ ਉੱਤੇ ਸਿੱਖ ਹੀ ਬੈਠੇ ਦੇਣਗੇ। ਯੋਗਤਾ ਦੇ ਆਧਾਰ ਦੇ ਉੱਤੇ ਮੁਲਕ ਚੱਲੇਗਾ। ਤੁਹਾਡੇ ਜਾਤ ਕਿਸੇ ਕੋਲੋਂ ਨਹੀਂ ਪੁੱਛੀ ਜਾਏਗੀ, ਤੁਹਾਡਾ ਧਰਮ ਕਿਸੇ ਕੋਲੋਂ ਨਹੀਂ ਪੁੱਛਿਆ ਜਾਏਗਾ, ਤੁਹਾਡੇ ਨਾਲ ਕਿਸੇ ਜਾਤ ਧਰਮ ਦੇ ਨਾਂ ਦੇ ਉੱਤੇ ਕੋਈ ਵਿਤਕਰਾ ਨਹੀਂ ਹੋਏਗਾ। ਇੱਕ ਸਰਬ ਸਾਂਝੀਵਾਲਤਾ ਦਾ ਸਮਾਜ ਸਿਰਜਿਆ ਜਾਵੇਗਾ ਜਿਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਇਹ ਪੰਜਾਬ ਨੂੰ ਚਲਾਉਣਾ ਆ। ਚਾਹੇ ਇੱਥੇ ਦਾ ਹਿੰਦੂ, ਮੁਸਲਮਾਨ, ਈਸਾਈ ਜਾਂ ਮੈਂ ਫੇਰ ਕਹਿ ਰਿਹਾ ਉਹ ਹੁਣ ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਵੀ ਇੱਥੇ ਹੀ ਰਹਿਣੇ ਨੇ, ਉਹਨਾਂ ਦਾ ਵੀ ਪੂਰਾ ਆਦਰ ਮਾਣ ਸਤਿਕਾਰ ਕੀਤਾ ਜਾਵੇਗਾ। ਹਰ ਇਨਸਾਨ ਜਿਹੜਾ ਆਪਣੀ ਇੱਛਾ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਵੀ ਜਿਉਣਾ ਚਾਹੁੰਦਾ ਆ ਉਹਨੂੰ ਇੱਥੇ ਪੂਰਾ ਹੱਕ ਹੋਵੇਗਾ ਕਿ ਆਪਣੀ ਹਰ ਤਰ੍ਹਾਂ ਦੀ ਆਈਡੀਓਲੋਜੀ ਨੂੰ ਇੱਥੇ ਵਿਚਾਰਦੇ ਹੋਏ ਉਹ 'ਤੇ ਕੰਮ ਕਰਦੇ ਇੱਥੇ ਰਵੇ। ਪਰ ਉਸ ਦੀ ਸ਼ਰਤ ਸਿਰਫ ਇੱਕ ਹੀ ਹੈਗੀ ਕਿ ਪੰਜਾਬ ਦੀ ਖਾਲਿਸਤਾਨ ਦੀ ਖੁਸ਼ਹਾਲੀ ਦੇ ਲਈ ਕੰਮ ਕਰੇ ਔਰ ਇੱਕ ਸਰਬ ਸਾਂਝੀਵਾਲਤਾ ਵਾਲਾ ਸਮਾਜ ਜਿਹੜਾ ਹੈ ਉਹਨੂੰ ਸਿਰਜਣ ਦੇ ਵਿੱਚ ਇੱਥੇ ਯੋਗਦਾਨ ਪਾਵੇ। ਖਾਲਿਸਤਾਨ ਐਲਾਨਨਾਮਾ ਇੱਕ ਬੜਾ ਹੀ ਵਧੀਆ ਡਾਕੂਮੈਂਟ ਹੈ ਜਿਹਦੇ ਵਿੱਚ ਪੰਜਾਬ ਦੇ ਖਾਲਿਸਤਾਨ ਦਾ ਪੋਲੀਟੀਕਲ ਸਟਰਕਚਰ, ਸੋਸ਼ਲ ਸਟਰਕਚਰ ਕਿਵੇਂ ਦਾ ਹੋਵੇਗਾ, ਇਕਨੋਮਿਕਲ ਸਟਰਕਚਰ ਕਿਸ ਤਰੀਕੇ ਦਾ ਹੋਵੇਗਾ, ਉਹਦੇ ਬਾਰੇ ਬਰੀਫਲੀ
ਦੱਸਿਆ ਗਿਆ ਹੈ। ਸੋ ਅਸੀਂ ਹਰ ਪੰਜਾਬੀ ਨੂੰ ਅਪੀਲ ਕਰਦੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਖਾਲਿਸਤਾਨ ਇਕੱਲੇ ਸਿੱਖਾਂ ਦਾ ਹੈ, ਉਹਨੂੰ ਉਹ ਪੜ੍ਹਨਾ ਚਾਹੀਦਾ ਹੈ। ਹਰ ਇੱਕ ਨੂੰ ਡਾਕੂਮੈਂਟ ਪੜ੍ਹਨਾ ਚਾਹੀਦਾ ਹੈ। 5-7 ਪੇਜ ਦਾ ਡਾਕੂਮੈਂਟ ਹੈ, ਉਹਨੂੰ ਜ਼ਰੂਰ ਪੜ੍ਹੋ, ਉਹਦੀ ਕੱਲੀ ਲਾਈਨ ਨੂੰ ਵਿਚਾਰੋ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਵਰਗ ਦੇ ਨਾਲ ਵਿਤਕਰਾ ਕਰਨ ਦੀ ਗੱਲ ਕੀਤੀ ਗਈ ਆ, ਉਹ ਸਾਨੂੰ ਸਾਹਮਣੇ ਦੱਸੋ। ਮਤਲਬ ਠੀਕ ਹੈ ਕਿ ਨੌਕਰੀਆਂ ਹਰ ਕੋਈ ਨੂੰ ਮਿਲ ਗਈਆਂ। ਅੱਜ ਕੱਲ੍ਹ ਵੀ ਕੁਛ ਐਸੀ ਸਿੱਖ ਸੰਸਥਾ ਹੈਗੀਆਂ ਜਿਹੜੀਆਂ ਸਿੱਖਾਂ ਨੂੰ ਜ਼ਿਆਦਾ ਪ੍ਰੈਫਰ ਕਰਦੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਇੱਕ ਨੂੰ ਮਿਲਣਗੀਆਂ, ਮੈਂ ਕਹਿ ਰਿਹਾ ਯੋਗਤਾ ਦੇ ਆਧਾਰ ਤੇ ਮਿਲਣਗੀਆਂ, ਚਾਹੇ ਉਹ ਯੋਗਤਾ ਕਿਸੇ ਵੀ ਤਰ੍ਹਾਂ ਦੀ ਹੋਵੇ। ਤੁਸੀਂ ਇਹ ਕਹਿ ਰਹੇ ਹੋ ਕਿ ਕੁਝ ਸੰਸਥਾਵਾਂ ਨੇ ਜਿੱਥੇ ਅੱਜ ਵੀ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ, ਉਹ ਸੰਸਥਾਵਾਂ ਉਹ ਨੇ ਜਿਹੜੀਆਂ ਰਿਲੀਜੀਅਸ ਨੇ, ਜਿਹੜੀਆਂ ਗੁਰਦੁਆਰੇ ਦੇ ਪ੍ਰਬੰਧ ਨੇ, ਜਿਵੇਂ ਉਹਦੇ ਵਿੱਚ ਸਿੱਖਾਂ ਨੂੰ ਮਿਲੇਗੀ। ਪਰ ਜਿਹੜੀਆਂ ਦੂਜੀਆਂ ਇੰਸਟੀਟਿਊਸ਼ਨਸ ਨੇ ਅੱਜ ਵੀ, ਚਾਹੇ SGPC ਜਿਹੜੇ ਕਾਲਜ ਚਲਾਉਂਦੇ ਆ, ਤੁਸੀਂ ਵੇਖੋ ਉਹਨਾਂ ਦੇ ਵਿੱਚ ਹਿੰਦੂ ਵੀ ਨੌਕਰੀ ਕਰਦਾ। ਯੋਗਤਾ ਦੇ ਆਧਾਰ ਤੇ, ਮੈਰਿਟ ਦੇ ਆਧਾਰ ਤੇ ਉੱਥੇ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ। ਸੋ ਇਹ ਗੱਲ ਬਿਲਕੁਲ ਮੈਂ ਫੇਰ ਕਹਿ ਰਿਹਾ, ਸਟੇਟ ਗਲਤ ਪ੍ਰਚਾਰ ਕਰਦੀ ਹੈ ਕਿ ਇਕੱਲੇ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ। ਇਹੋ ਜਿਹੀ ਕੋਈ ਗੱਲ ਨਹੀਂ ਗੀ। ਇੱਥੇ ਯੋਗਤਾ ਦੇ ਆਧਾਰ ਤੇ ਸਾਰਿਆਂ ਨੂੰ ਨੌਕਰੀ ਮਿਲੇਗੀ। ਪਰ ਜਿਵੇਂ ਮੈਂ ਇਹ ਗੱਲ ਪਹਿਲਾਂ ਵੀ ਕਹੀ, ਹਰ ਇੱਕ ਨੂੰ ਆਪਣਾ ਧਰਮ ਵੀ ਸੁਰੱਖਿਅਤ ਰੱਖਣ, ਆਪਣੇ ਧਰਮ ਦੀਆਂ ਮਾਨਤਾਵਾਂ ਦੇ ਤਹਿਤ ਕੰਮ ਕਰਨ ਦੀ ਵੀ ਇਜਾਜ਼ਤ ਹੋਵੇਗੀ। ਸੋ ਉਹਦੇ ਮੁਤਾਬਕ ਜਿੱਥੇ ਸਿੱਖ ਨੌਕਰੀ ਕਰ ਸਕਦਾ ਉੱਥੇ ਸਿੱਖ ਕਰੇਗਾ, ਜਿੱਥੇ ਹਿੰਦੂ ਕਰ ਸਕਦਾ ਤਾਂ ਹਿੰਦੂ ਕਰੇਗਾ, ਜਿੱਥੇ ਈਸਾਈ ਕਰ ਸਕਦਾ ਈਸਾਈ, ਜਿੱਥੇ ਮੁਸਲਮਾਨ ਉੱਥੇ ਮੁਸਲਮਾਨ ਕਰੇਗਾ। ਕੋਈ ਸਟੇਟ ਇੱਕ ਦੂਸਰੇ ਦੇ ਧਰਮ ਦੇ ਵਿੱਚ ਇੰਟਰਵੀਨ ਨਹੀਂ ਕਰੇਗੀ। ਇਹ ਮਾਹੌਲ ਉਦੋਂ ਤੱਕ ਖਰਾਬ ਹੀ ਰਹਿਣਾ ਹੈ ਇੰਡੀਆ ਦੀ ਨਜ਼ਰ ਦੇ ਵਿੱਚ ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ, ਕਿਉਂਕਿ ਅਸੀਂ ਆਪਣੀ ਆਜ਼ਾਦੀ ਦੇ ਲਈ ਹੱਥ ਪੈਰ ਮਾਰਦੇ ਰਹਿਣਾ ਹੈ। ਸਟੇਟ ਨੇ ਸਾਨੂੰ ਡਿਫੇਮ ਕਰਨ ਦੇ ਲਈ ਬੇਅਦਬੀਆਂ ਵਰਗੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਇੱਥੇ ਕਰਦੀਆਂ ਰਹਿਣਾ ਹੈ। ਸੋ ਸਟੇਟ ਦੇ ਜਿਹੜੀਆਂ ਪੈਟਰੋਨਾਈਜ਼ਡ ਬੇਅਦਬੀਆਂ ਨੇ, ਇਹਨਾਂ ਨੂੰ ਡੱਕਣ ਦੇ ਲਈ ਇੱਥੇ ਦਾ ਡੇਰਾਵਾਦ ਜਿਹੜਾ ਪਨਪਦਾ ਹੈ, ਜਿਹੜਾ ਪੰਜਾਬ ਦੇ ਲੋਕਾਂ ਨੂੰ ਅੰਧ ਵਿਸ਼ਵਾਸ 'ਚ ਪਾਉਂਦਾ ਆ, ਉਹਨਾਂ ਸਾਰਿਆਂ ਨੂੰ ਡੱਕਣ ਦੇ ਲਈ ਖਾਲਿਸਤਾਨ ਹੀ ਇੱਕੋ ਇੱਕ ਹੱਲ ਆ। ਪੰਜਾਬ ਦਾ ਮਾਹੌਲ ਕੋਈ ਉਸ ਤਰੀਕੇ ਦਾ ਖਰਾਬ ਨਹੀਂਗਾ ਜਿਸ ਤਰੀਕੇ ਦਾ ਨੈਸ਼ਨਲ ਮੀਡੀਆ ਵਿਖਾਲਦਾ ਆ। ਅਸੀਂ ਬਾਕੀ ਇੰਡੀਆ ਨੂੰ ਵੀ ਔਰ ਬਾਕੀ ਦੁਨੀਆ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਜਿਹੜੀ ਆ ਉਸ ਨੂੰ ਉਠਾਇਆ ਜਾਂਦਾ ਹੈ, ਇੱਥੇ ਦੁਹਰਾਇਆ ਜਾਂਦਾ ਹੈ ਔਰ ਇਹ ਉਠਾਉਂਦੇ ਰਹਿਣਾ ਹੈ। ਅਸੀਂ ਜਦੋਂ ਤੱਕ ਸਾਨੂੰ ਖਾਲਿਸਤਾਨ ਮਿਲ ਨਹੀਂ ਜਾਂਦਾ, ਸਾਡੀ ਮੂਵਮੈਂਟ ਨੂੰ ਹਊਆ ਬਣਾ ਕੇ ਪੇਸ਼ ਕਰਨਾ ਬੰਦ ਕੀਤਾ ਜਾਵੇ। ਇਹ ਮੂਵਮੈਂਟ ਸਾਡੀ ਹੱਕਾਂ ਦੀ ਮੂਵਮੈਂਟ ਆ, ਸਾਡੀ ਆਜ਼ਾਦੀ ਦੀ ਮੂਵਮੈਂਟ ਹੈ। ਠੀਕ ਉਸੇ ਤਰ੍ਹਾਂ ਹੀ ਮੂਵਮੈਂਟ ਆ ਜਿਵੇਂ ਇੰਡੀਆ ਨੇ ਅੰਗਰੇਜ਼ਾਂ ਦੇ ਖਿਲਾਫ ਲੜੀ ਸੀ, ਇਵੇਂ ਹੀ ਸਾਡੀ ਆਜ਼ਾਦੀ ਦੀ ਮੂਵਮੈਂਟ ਇੰਡੀਆ ਦੇ ਖਿਲਾਫ ਜਾਰੀ ਰਹਿਣੀ ਆ। ਜਿਵੇਂ ਅੰਗਰੇਜ਼ਾਂ ਨੂੰ ਉਦੋਂ ਦੇ ਜਿਹੜੇ ਆਜ਼ਾਦੀ ਘੁਲਾਟੀ ਹੈਗੇ ਉਹ ਅੱਤਵਾਦੀ ਲੱਗਦੇ ਸੀਗੇ, ਤੁਹਾਨੂੰ ਵੀ ਸਾਡੇ ਜਿਹੜੇ ਲੜਨ ਵਾਲੇ ਲੋਕ ਨੇ ਉਹ ਅੱਤਵਾਦੀ ਦਿਖਣਗੇ, ਵੱਖਵਾਦੀ ਦਿਖਣਗੇ। ਸਾਨੂੰ ਇਹ ਸਾਰੇ ਟੈਗ ਮਨਜ਼ੂਰ ਨੇ। ਅਸੀਂ ਹਾਂ ਵੱਖਵਾਦੀ, ਅਸੀਂ ਖਾਲਿਸਤਾਨੀ ਹਾਂ, ਔਰ ਅਸੀਂ ਆਪਣੀ ਆਜ਼ਾਦੀ ਦਾ ਆਪਣਾ ਸੰਘਰਸ਼ ਜਾਰੀ ਰੱਖਣਾ। 29 ਅਪ੍ਰੈਲ 1986 ਨੂੰ 37 ਵਰ੍ਹੇ ਹੋ ਚੁੱਕੇ ਆ ਔਰ ਅੱਜ ਅਸੀਂ ਉਹਦਾ 37ਵਾਂ ਜਿਹੜਾ ਵਰ੍ਹੇਗੰਢ ਮਨਾ ਰਹੇ ਹਾਂ। ਇਸ ਦਿਨ ਦੇ ਉੱਤੇ ਪੰਥਕ ਕਮੇਟੀ ਨੇ ਖਾਲਿਸਤਾਨ ਡੈਕਲੇਰੇਸ਼ਨ, ਖਾਲਿਸਤਾਨ ਦਾ ਇੱਕ ਐਲਾਨਨਾਮਾ ਜਾਰੀ ਕੀਤਾ ਸੀਗਾ, ਜਿਹੜੀ ਕਿ ਸਾਡੀ ਕੌਮ ਦੀ ਵਚਨਬੱਧਤਾ ਸੀਗੀ ਉਸ ਖਾਲਿਸਤਾਨ ਦੇ ਨਾਲ, ਉਸ ਦੇਸ਼ ਨਾਲ। ਜਦੋਂ ਤੱਕ ਉਹ ਦੇਸ਼ ਹੈ ਜਿਹੜਾ ਉਹ ਹੋਂਦ ਵਿੱਚ ਨਹੀਂ ਆਉਂਦਾ, ਉਦੋਂ ਤੱਕ ਇਸ ਦਿਨ ਨੂੰ ਅਸੀਂ ਮਨਾਵਾਂਗੇ। ਔਰ ਇਹ ਜਿਹੜਾ ਖਾਲਿਸਤਾਨ ਦਾ ਡੈਕਲੇਰੇਸ਼ਨ ਹੈ, ਇੱਕ ਅਹਿਮ ਪਹਿਲਾ ਦਸਤਾਵੇਜ਼ ਹੈ ਖਾਲਿਸਤਾਨ ਦਾ, ਜਿਹੜਾ ਕਿ ਸਰਕਾਰੀ ਤੌਰ 'ਤੇ ਵੀ, ਅੱਧ ਸਰਕਾਰੀ ਤੌਰ ਦੇ ਉੱਤੇ ਵੀ ਇਹ ਦੁਨੀਆ ਦੇ ਸਾਰੇ ਦੇਸ਼ਾਂ ਨੂੰ, UN ਨੂੰ ਜਾਰੀ ਕੀਤਾ ਗਿਆ ਸੀਗਾ ਔਰ ਉਹਨਾਂ ਤੋਂ ਰਾਜਸੀ ਜਿਹੜੀ ਮਹੱਤਤਾ ਦੀ ਮੰਗ ਕੀਤੀ ਗਈ ਸੀ ਤਾਂ ਕਿ ਖਾਲਿਸਤਾਨ ਨੂੰ ਰਾਜਸੀ ਤੌਰ ਦੇ ਉੱਤੇ ਜਿਹੜੀ ਮਹੱਤਤਾ ਦਿੱਤੀ ਜਾ ਸਕੇ। ਸੋ ਇਸ ਦਿਨ ਦੇ ਉੱਤੇ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਉੱਤੇ ਅਸੀਂ ਮਨਾਉਂਦੇ ਆ ਰਹੇ ਹਾਂ, 37 ਸਾਲ ਤੋਂ ਮਨਾਉਂਦੇ ਆ ਰਹੇ ਹਾਂ। ਅਗਰ ਤੁਸੀਂ ਇਸ ਨੂੰ ਪੜ੍ਹੋ ਤੇ ਜਿਹੜੇ ਭੁਲੇਖੇ ਨੇ ਇਸ ਗੱਲ ਦੇ ਕਿ ਖਾਲਿਸਤਾਨ ਦੇ ਵਿੱਚ ਪਤਾ ਨਹੀਂ ਹਿੰਦੂਆਂ ਨੂੰ ਕੱਟ ਦਿੱਤਾ ਜਾਊਗਾ, ਵੱਢ ਦਿੱਤਾ ਜਾਊਗਾ, ਹਿੰਦੂ ਨਹੀਂ ਰਹਿਣਗੇ, ਉਹ ਤੁਸੀਂ ਡੈਕਲੇਰੇਸ਼ਨ ਪੜ੍ਹੋ ਜਿਹੜੀ ਸਾਡੀ ਡੈਕਲੇਰੇਸ਼ਨ ਹੈ, ਉਹਦੇ ਵਿੱਚ ਪਤਾ ਲੱਗੂਗਾ ਕਿ ਸਭ ਧਰਮਾਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ ਜਾਊਗਾ। ਸਭ ਧਰਮਾਂ ਨੂੰ ਬਦਲ ਫੁੱਲਣ ਦੀ ਜਿਹੜੀ ਪ੍ਰਫੁੱਲਤਾ ਉਹਨਾਂ ਦੀ ਸਰਕਾਰੀ ਖਜ਼ਾਨੇ ਦੇ ਨਾਲ ਕੀਤੀ ਜਾਊਗੀ ਔਰ ਕਿਸੇ ਨਾਲ ਵੀ ਜਾਤੀ ਜਿਹੜਾ ਭੇਦਭਾਵ ਹੈ ਉਹ ਨਹੀਂ ਕੀਤਾ ਜਾਊਗਾ। ਔਰ ਅਸੀਂ ਸਾਰੇ ਦੇਸ਼ਾਂ ਦੇ ਨਾਲ ਆਪਣੇ ਜਿਹੜੇ ਸੰਬੰਧ ਹੈ ਉਹ ਬਹੁਤ ਅੱਛੀ ਤਰੀਕੇ ਦੇ ਨਾਲ ਬਿਨਾਂ ਕਿਸੇ ਵਾਇਲੈਂਸ ਤੋਂ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਬਣਾ ਕੇ ਦੂਜੇ ਦੇਸ਼ਾਂ ਨਾਲ ਚੰਗੇ ਸੰਬੰਧ ਹੈ ਜਿਹੜੇ ਉਹ ਕਾਇਮ ਰੱਖ ਸਕੀਏ ਔਰ ਖਾਲਿਸਤਾਨ ਨੂੰ ਹੋਂਦ ਦੇ ਵਿੱਚ ਲਿਆ ਸਕੀਏ। ਅੰਮ੍ਰਿਤਸਰ ਵੱਲੋਂ ਕਿਹਾ ਜਾਂਦਾ ਕਿ ਭਾਰਤ ਵਿੱਚ ਖਾਲਿਸਤਾਨ ਦੀ ਕੋਈ ਗੱਲ ਨਹੀਂ ਚੱਲਦੀ। ਇਹ ਦੇਖ ਲਓ ਤੁਸੀਂ, ਖਾਲਿਸਤਾਨ ਦੀ ਗੱਲ ਨਹੀਂ ਚੱਲਦੀ ਤੇ ਕਿਉਂ ਫਿਰ ਰੈਫਰੈਂਡਮ ਕਰਾ ਲੈਣ। ਅਸੀਂ ਰੈਫਰੈਂਡਮ ਦੀ ਮੰਗ ਹੈ ਜਿਹੜੀ ਉਹ ਬਹੁਤ ਚਿਰਾਂ ਤੋਂ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਇਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਖਾਲਿਸਤਾਨ ਦੀ ਜਿਹੜੀ ਮੰਗ ਹੈ ਪੰਜਾਬ 'ਚ ਹੈ ਕਿ ਨਹੀਂ ਹੈ। ਤੇ ਉਹ ਰੈਫਰੈਂਡਮ ਕਿਉਂ ਨਹੀਂ ਕਰਾਉਂਦੇ? ਆਪੇ ਹੀ ਜੇ ਰੈਫਰੈਂਡਮ ਹੋਏਗਾ ਤੇ ਜੇ ਰੈਫਰੈਂਡਮ ਘੱਟ ਹੋਊਗਾ, ਉਹ ਫੇਲ ਹੋਊਗਾ ਤੇ ਅਸੀਂ ਵੀ ਟਿੱਕੇ ਬਹਿ ਜਾਵਾਂਗੇ ਘਰ। ਨਹੀਂ ਤਾਂ ਫਿਰ ਉਹਨਾਂ ਨੂੰ ਦੇਣਾ ਚਾਹੀਦਾ ਸਾਨੂੰ ਖਾਲਿਸਤਾਨ। ਖਾਲਿਸਤਾਨ ਦਾ ਏਰੀਆ ਕਿਹੜਾ ਹੋਇਆ? ਹਾਂਜੀ, ਕਿਹੜਾ ਇਲਾਕਾ ਹੋਏਗਾ ਖਾਲਿਸਤਾਨ? ਕਿਹੜਾ? ਨਹੀਂ, ਸਾਰਾ ਪੰਜਾਬ, ਸਾਰਾ ਪੰਜਾਬ, ਪੁਰਾਣਾ ਪੰਜਾਬ, ਪੁਰਾਣਾ ਜਿਹਦੇ 'ਚ
ਹਿਮਾਚਲ ਪ੍ਰਦੇਸ਼ ਵੀ ਔਰ ਹਰਿਆਣਾ ਵੀ ਅਸੀਂ ਉਹਦੀ ਮੰਗ ਕਰਦੇ ਹਾਂ, ਇਸ ਟੈਰੀਟਰੀ ਦੀ ਮੰਗ ਕਰਦੇ ਹਾਂ, ਕਿਉਂਕਿ ਪੰਜਾਬੀ ਬੋਲਦੇ ਇਲਾਕੇ ਨੇ, ਸਾਡੇ ਗੁਰਮੁਖੀ ਬੋਲਦੇ ਇਲਾਕੇ ਨੇ, ਜਿਹੜੇ ਗੁਰਮੁਖੀ ਬੋਲਦੇ ਇਲਾਕੇ ਨੇ ਉਹ ਸਾਡੇ ਖਾਲਿਸਤਾਨ ਦੀ ਟੈਰੀਟਰੀ ਪੁਰਾਣਾ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਆਲਮੋਸਟ ਜਿਹੜਾ ਪੁਰਾਣਾ ਪੰਜਾਬ ਹੈ ਉਹ ਪੰਜਾਬੀ ਬੋਲਦੇ ਇਲਾਕੇ ਨੇ। 29 ਅਪ੍ਰੈਲ ਨੂੰ ਹੋਰ ਸੰਪਰਦਾਵਾਂ ਕੋਈ ਅਰਦਾਸ ਦੇਖੋ, ਜਿਹੜੇ ਖਾਲਿਸਤਾਨ ਨੂੰ ਪ੍ਰੋਹੇ ਨੇ ਉਹ ਜਿੱਥੇ ਜਿੱਥੇ ਵੀ ਹੈਗੇ ਆ ਉਹ ਆਪਣਾ ਕਰ ਰਹੇ ਆ। ਅਕਾਲੀ ਦਲ ਮਾਨ ਨੇ ਆਪਣਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਰੱਖਿਆ ਹੋਇਆ, ਅਸੀਂ ਆਪਣਾ ਪ੍ਰੋਗਰਾਮ ਇੱਥੇ ਰੱਖਿਆ। ਸੋ ਜਿਹੜੇ ਖਾਲਿਸਤਾਨ ਨੂੰ ਪਰਨਾਏ ਹੋਏ ਆ ਔਰ ਖਾਲਿਸਤਾਨ ਨੂੰ ਆਪਣਾ ਨਿਸ਼ਾਨਾ ਮੰਨਦੇ ਆ ਉਹ ਸਾਰੇ ਆਪਣੇ ਪ੍ਰੋਗਰਾਮ ਆਪਣੇ ਆਪਣੇ ਥਾਂ ਦੇ ਉੱਤੇ ਕਰ ਰਹੇ ਆ। ਤਬਦੀਲੀ ਕੀ ਦੇਖਦੇ ਹੋ ਅਪ੍ਰੈਲ 1986 ਤੋਂ ਬਾਅਦ ਦੀ ਕਾਜੀ ਦੀ ਤਬਦੀਲੀ ਕੀ ਦੇਖਦੇ ਹੋ ਖਾਲਿਸਤਾਨ ਦਾ ਨਾਮ ਹੈ? ਨਹੀਂ, ਬਿਲਕੁਲ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੈ ਉਹ ਖਾਲਿਸਤਾਨ ਦੇ ਪ੍ਰਤੀ ਜ਼ਿਆਦਾ ਹੋਈ ਹੋਈ ਹੈ ਔਰ ਜ਼ਿਆਦਾ ਅੱਜ ਕੱਲ੍ਹ ਜਿਹੜੇ ਨੌਜਵਾਨ ਹੈ ਉਹ ਖਾਲਿਸਤਾਨ ਨੂੰ ਸਮਝਦੇ ਆ ਔਰ ਇਸ ਗੱਲ ਦੀ ਮੰਗ ਕਰਦੇ ਆ ਵੀ ਖਾਲਿਸਤਾਨ ਦਾ ਬਣਾਇਆ ਜਾਣਾ ਚਾਹੀਦਾ। ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਰੱਦ ਕਰ ਦਿੱਤਾ ਆ ਜਿਸ ਭਾਰਤੀ ਸਟੇਟ ਨੇ ਸਾਡਾ ਸਰਵ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਢਾਇਆ। ਜਦੋਂ ਸਿੱਖਾਂ ਨੇ ਆਪਣੇ ਹੱਕਾਂ ਹਕੂਕਾਂ ਦੀ ਗੱਲ ਕੀਤੀ ਤਾਂ ਉਹਨਾਂ ਦੇ ਹੱਕ ਦੇਣ ਦੀ ਬਜਾਏ ਹਿੰਦੁਸਤਾਨ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗੰਨਾਂ, ਹਵਾਈ ਜਹਾਜ਼ਾਂ ਦੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ। ਦੁੱਧ ਪੀਂਦੇ ਜਿਹੜੇ ਬੱਚੇ ਆ ਉਹ ਵੀ ਨਹੀਂ ਜਿਹੜੇ ਬਖਸ਼ੇ ਗਏ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਜਿਹੜਾ ਆ ਉਹ ਸਾੜਿਆ। ਜੋ ਸਾਡੇ ਉੱਤੇ ਜਬਰ ਜ਼ੁਲਮ ਤਸ਼ੱਦਦ ਕੀਤੇ ਗਏ ਉਸ ਨੂੰ ਖਾਲਸਾ ਪੰਥ ਕਦੇ ਵੀ ਨਹੀਂ ਭੁੱਲ ਸਕਦਾ। ਸੋ 29 ਮਾਰਚ 1849 ਨੂੰ ਖਾਲਸਾ ਰਾਜ ਦਾ ਜਿਹੜਾ ਸੂਰਜ ਸੀ ਉਹ ਡੋਗਰਿਆਂ ਦੀ ਗਦਾਰੀ ਕਾਰਨ ਜਿਹੜਾ ਆ ਉਹ ਡੁੱਬਿਆ ਸੀ। ਤੇ ਇਸ ਤੋਂ ਬਾਅਦ 29 ਅਪ੍ਰੈਲ ਤੇ 1986 ਨੂੰ ਸਿੱਖਾਂ ਨੇ ਦੁਬਾਰਾ ਫਿਰ ਖਾਲਸਾ ਬਾਦਸ਼ਾਹਤ ਦਾ ਜਿਹੜਾ ਐਲਾਨ ਆ ਉਹ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਵਿੱਚੋਂ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਆ ਉਹ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਭਿੰਡਰਾਂਵਾਲਾ ਟਾਈਗਰ ਫੋਰਸ, ਦੁਸ਼ਟ ਸੋਧ ਕਮਾਂਡੋ ਫੋਰਸ ਆਦਿ ਜਥੇਬੰਦੀਆਂ ਹੋਂਦ ਦੇ ਵਿੱਚ ਆਈਆਂ ਤੇ ਸਿੱਖੀ ਸਵੈਮਾਨ ਦੇ ਲਈ, ਚੜ੍ਹਦੀ ਕਲਾ ਦੇ ਵਾਸਤੇ, ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦੇ ਵਾਸਤੇ ਸਿੰਘਾਂ ਨੇ ਆਪਣਾ ਜਿਹੜਾ ਖੂਨ ਆ ਉਹ ਡੋਲਿਆ। ਹਜ਼ਾਰਾਂ ਜਿਹੜੀਆਂ ਸ਼ਹਾਦਤਾਂ ਆ ਉਹ ਹੋਈਆਂ। ਅੱਜ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਗਿਆ ਤੇ ਅਸੀਂ ਇਹ ਅਹਿਦ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਜਿਹੜੀ ਜੰਗ ਆ ਉਹ ਜਾਰੀ ਰੱਖਾਂਗੇ। ਸੋ ਖਾਲਿਸਤਾਨ ਜਿੱਥੇ ਸਿੱਖਾਂ ਦਾ ਧਰਮ ਪ੍ਰਫੁੱਲਤ ਹੋਵੇਗਾ, ਜਿੱਥੇ ਸਾਡੀ ਬੋਲੀ ਨੂੰ ਛੁਟਿਆਉਣ ਦਾ ਜਿਹੜਾ ਕੋਈ ਯਤਨ ਨਹੀਂ ਕਰੇਗਾ, ਜਿੱਥੇ ਸਾਡੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਹੁਰਮਤੀ ਆ ਉਹ ਨਹੀਂ ਹੋਵੇਗੀ, ਅਸੀਂ ਅਜਿਹਾ ਰਾਜ ਭਾਗ ਜਿਹੜਾ ਆ ਉਹ ਸਿਰਜਣਾ ਚਾਹੁੰਦੇ ਹਾਂ ਜਿੱਥੇ ਸਿੱਖ ਵੀ ਆਜ਼ਾਦੀ ਦਾ ਜਿਹੜਾ ਨਿੱਘ ਆ ਉਹ ਮਾਣ ਸਕਣ। ਭਾਵੇਂ ਕਿ ਖਾਲਿਸਤਾਨ ਨੂੰ ਭਾਰਤ ਸਰਕਾਰ ਇੱਕ ਹਊਆ ਬਣਾ ਕੇ ਪੇਸ਼ ਕਰ ਰਹੀ ਹੈ, ਪਰ ਖਾਲਿਸਤਾਨ ਕੋਈ ਹਊਆ ਨਹੀਂ। ਖਾਲਿਸਤਾਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹਲੇਮੀ ਰਾਜ ਆਖਿਆ, ਭਗਤਾਂ ਨੇ ਬੇਗਮਪੁਰ ਆਖਿਆ, 10ਵੇਂ ਪਾਤਸ਼ਾਹ ਜੀ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਆ ਉਹ ਦਿੱਤਾ। ਖਾਲਿਸਤਾਨ ਦੀ ਆਜ਼ਾਦੀ ਦੇ ਲਈ ਜਥੇਬੰਦੀਆਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਦਿ ਜਥੇਬੰਦੀਆਂ ਅੱਜ ਵੀ ਸੰਘਰਸ਼ੀਲ ਆ ਅਤੇ ਯਤਨਸ਼ੀਲ ਆ। ਸਾਡਾ ਇਹ ਵਸ਼ ਨਿਸ਼ਚਾ ਆ ਕਿ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਦੇ ਬਚਨ ਸੀ ਕਿ ਜਿੱਦੇ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਤਾਂ ਦੁਨੀਆ 'ਤੇ ਮਿਸਾਲ ਬਣੂਗੀ ਕਿ ਖਾਲਿਸਤਾਨ ਬਣਿਆ। ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ। ਸੋ ਸੰਤਾਂ ਦੇ ਜਿਹੜੇ ਬਚਨ ਆ ਉਹ ਅਵਸ਼ ਜਿਹੜੇ ਆ ਉਹ ਪੂਰੇ ਹੋਣਗੇ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਵੀ ਆਖਿਆ ਸੀ ਕਿ ਖਾਲਿਸਤਾਨ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ। ਸੋ ਲਗਾਤਾਰ ਸਾਡੇ ਉੱਤੇ ਜਬਰ ਜ਼ੁਲਮ ਤਸ਼ੱਦਦ ਜਿਹੜੇ ਹੋ ਰਹੇ ਨੇ। ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਹੋਰ ਜਿਹੜਾ ਕੋਈ ਰਾਹ ਆ ਉਹ ਨਹੀਂ ਬਚਦਾ। ਖਾਲਿਸਤਾਨ ਦੇ ਵਿੱਚ ਹੀ ਜਿਹੜੇ ਸਿੱਖ ਆ ਉਹ ਸੁਰੱਖਿਅਤ ਰਹਿ ਸਕਦੇ ਆ। ਸਾਡੇ ਧਾਰਮਿਕ ਗ੍ਰੰਥ, ਸਾਡੀਆਂ ਧੀਆਂ ਭੈਣਾਂ ਜਿਹੜੀਆਂ ਉਹ ਸੁਰੱਖਿਅਤ ਰਹਿਣਗੀਆਂ। ਇਹ ਉਹੀ ਲੜਾਈ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਜਿਹੜੀ ਆ ਉਹ ਸ਼ੁਰੂ ਕੀਤੀ ਸੀ। ਸੋ ਸਿੱਖੀ ਦੇ ਵਿੱਚ ਗੁਲਾਮੀ ਦੇ ਖਿਲਾਫ, ਬੇਇਨਸਾਫੀ ਦੇ ਖਿਲਾਫ ਜਿਹੜਾ ਲੜਨਾ ਉਹ ਸਾਨੂੰ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਖਾਇਆ ਆ। ਸੋ ਇਹੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਆ ਸਿੱਖੀ ਆ ਜਿਹਦੇ ਉੱਤੇ ਅਸੀਂ ਜਿਹੜਾ ਪਹਿਰਾ ਆ ਉਹ ਦਿੰਦੇ ਰਹਾਂਗੇ। ਅੱਜ ਖਾਲਿਸਤਾਨ ਐਲਾਨਨਾਮੇ ਨੂੰ 37 ਸਾਲ ਹੋ ਚੁੱਕੇ ਆ। ਅੱਜ ਅਸੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਉਹਨਾਂ ਦੇ ਅੱਗੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪਣਾ ਜਿਹੜਾ ਸੀਸ ਆ ਉਹ ਝੁਕਾਉਂਦੇ ਆ। ਜਿਨ੍ਹਾਂ ਨੇ ਜਬਰ ਜ਼ੁਲਮ ਤਸ਼ੱਦਦ ਝੱਲੇ, ਜਿਨ੍ਹਾਂ ਨੇ ਤਸੀਹੇ ਜਿਹੜੇ ਆ ਉਹ ਝੱਲੇ, ਉਹਨਾਂ ਨੂੰ ਸਾਡਾ ਪ੍ਰਣਾਮ ਆ।
ਜਿਹੜੇ ਇਸ ਸੰਘਰਸ਼ ਵਿੱਚ ਵਿਚਰਦੇ ਹੋਏ ਜੇਲ੍ਹਾਂ ਦੇ ਵਿੱਚ ਚਲੇ ਗਏ, ਥਾਣਿਆਂ ਦੇ ਵਿੱਚ ਚਲੇ ਗਏ, ਉਹਨਾਂ ਨੂੰ ਵੀ ਸਾਡਾ ਪ੍ਰਣਾਮ ਆ। ਜਿਹੜੇ ਅੱਜ ਵਿਦੇਸ਼ਾਂ ਦੇ ਵਿੱਚ ਜਲਾਵਤਨੀ ਭੋਗ ਰਹੇ ਆ, ਉਹਨਾਂ ਸਿੰਘਾਂ ਨੂੰ ਸਾਡਾ ਪ੍ਰਣਾਮ ਆ। ਜਾਂ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਜਿਸ ਵੀ ਕਿਸੇ ਸਿੱਖ ਨੇ ਜਾਂ ਕਿਸੇ ਵੀ ਬੰਦੇ ਨੇ ਕਿਸੇ ਵੀ ਪ੍ਰਕਾਰ ਦਾ ਜਿਹੜਾ ਹਿੱਸਾ ਆ ਉਹ ਪਾਇਆ, ਉਹਨਾਂ ਸਾਰਿਆਂ ਦੇ ਅੱਗੇ ਸਾਡਾ ਜਿਹੜਾ ਸੀਸ ਆ ਉਹ ਝੁਕਦਾ ਆ। ਸੋ ਅਸੀਂ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਜਿਹੜਾ ਪਹਿਰਾ ਆ ਉਹ ਦਿੰਦੇ ਰਹਾਂਗੇ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਸਮੱਤ ਬਖਸ਼ਣ। ਅੱਜ ਦੇ ਦਿਨ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ, ਭਾਈ ਅਰੂੜ ਸਿੰਘ ਜੀ, ਭਾਈ ਵਸਨ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਇਹਨਾਂ 5 ਸਿੰਘਾਂ ਨੇ ਖਾਲਿਸਤਾਨ ਦਾ ਜਿਹੜਾ ਐਲਾਨਨਾਮਾ ਆ ਉਹ ਜਾਰੀ ਕੀਤਾ ਸੀ। ਸੋ ਅਸੀਂ ਇਸ ਆਜ਼ਾਦੀ ਦੀ ਜੰਗ ਨੂੰ ਜਿਹੜਾ ਆ ਉਹ ਅੱਗੇ ਲੈ ਕੇ ਜਾਵਾਂਗੇ। ਵੇਖੋ ਜੀ, 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਤੇ ਗੁਰੂ ਸਾਹਿਬਾਂ ਤੋਂ ਲੈ ਕੇ ਪੰਜਾਬ ਭਾਰਤ ਦਾ ਕਦੀ ਵੀ ਹਿੱਸਾ ਨਹੀਂ ਰਿਹਾ। ਇਹ ਖਾਲਿਸਤਾਨ ਦੀ ਧਰਤੀ ਆ, ਖਾਲਸਾ ਰਾਜ ਦੀ ਧਰਤੀ ਆ। ਇੱਥੇ ਸਾਡੇ ਪੁਰਖਿਆਂ ਨੇ, ਵੱਡਿਆਂ ਨੇ ਰਾਜ ਕੀਤਾ। ਪਹਿਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੇ ਪਰਚਮ ਚਲਾਏ। ਗੁਰੂ ਸਾਹਿਬਾਂ ਤੋਂ ਬਾਅਦ 10 ਗੁਰੂ ਸਾਹਿਬਾਨਾਂ ਦੀ ਘਾਲਣਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸ਼ਹਾਦਤਾਂ ਵੀ ਦਿੰਦੇ, ਸਿੱਖ ਰਾਜ ਦੇ ਪਰਚਮ ਵੀ ਚਲਾਉਂਦੇ, ਸਿੱਕਾ ਵੀ ਜਾਰੀ ਕਰਦੇ ਆ। ਉਦੋਂ ਬਾਅਦ 18ਵੀਂ ਸਦੀ ਦੇ ਵਿੱਚ 12 ਮਿਸਲਾਂ ਇਕੱਤਰ ਹੋ ਕੇ ਤੇ ਖਾਲਸਾ ਰਾਜ ਦੀ ਸਥਾਪਨਾ ਕਰਦੀਆਂ। ਮਹਾਰਾਜਾ ਰਣਜੀਤ ਸਿੰਘ ਨੇ 50 ਵਰੇ ਖਾਲਸਾ ਰਾਜ ਦਾ ਪਰਚਮ ਚਲਾਇਆ ਲਾਹੌਰ ਦੇ ਸ਼ਾਹੀ ਕਿਲੇ ਤੇ। ਪਰ ਜਿਹੜਾ ਭਾਰਤੀ ਸਿਸਟਮ ਆ, ਇਹਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ। ਨਾ ਸਿੱਖ ਤੇ ਨਾ ਪੰਜਾਬ, ਨਾ ਭਾਰਤ ਦਾ ਹਿੱਸਾ ਸੀ, ਨਾ ਹੈ ਤੇ ਨਾ ਰਹੇਗਾ। ਇਹ ਖਾਲਿਸਤਾਨ ਦੀ ਧਰਤੀ ਆ। ਇਹ ਧੱਕੇ ਦੇ ਨਾਲ, ਧੰਗੋਜੋਰੀ ਦੇ ਨਾਲ ਇਹਦੇ ਉੱਤੇ ਕਾਬਜ ਹੋਏ ਨੇ। ਅੱਜ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ ਤੇ ਹੋਰ ਅਨੇਕਾਂ ਮਰਜੀਵੜੇ ਸਿੰਘਾਂ ਦੀ ਸ਼ਹਾਦਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਭਾਰਤ ਹੁਕਮਰਾਨਾਂ ਵੱਲੋਂ, ਔਰ ਉਸ ਦਿਨ ਹਮਲੇ ਤੋਂ ਬਾਅਦ 6 ਜੂਨ 1984 ਨੂੰ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਖਾਲਿਸਤਾਨ ਦੀ ਨੀਂਹ ਰੱਖੀ ਸੀ। ਤੇ ਉਸ ਦੇ ਬਾਅਦ ਦਮਦਮੀ ਟਕਸਾਲ ਵੱਲੋਂ 29 ਅਪ੍ਰੈਲ 1986 ਨੂੰ 5 ਖਾੜਕੂ ਸਿੰਘਾਂ ਨੇ ਪੰਥਕ ਜਥੇਬੰਦੀ, ਪੰਥ ਕਮੇਟੀ ਬਣਾ ਕੇ ਖਾਲਿਸਤਾਨ ਦਾ ਐਲਾਨ ਕੀਤਾ ਸੀ। ਉਹਦੀ ਅੱਜ 37ਵੀਂ ਵਰ੍ਹੇਗੰਢ ਚੜ੍ਹਦੀ ਕਲਾ ਦੇ ਨਾਲ ਦਲ ਖਾਲਸਾ ਨੇ ਔਰ ਨਾਲ ਦੂਜੀਆਂ ਜਥੇਬੰਦੀਆਂ ਵੀ ਅੱਜ, ਜਿਵੇਂ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸਹਿਯੋਗੀ ਤੌਰ 'ਤੇ ਅਸੀਂ ਪਹੁੰਚੇ ਹਾਂ। ਔਰ ਅਸੀਂ ਆਪਣੀ ਕੌਮ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸ਼ਹੀਦਾਂ ਦੀਆਂ ਸ਼ਹਾਦਤਾਂ ਕਦੀ ਅਜਾਈਂ ਨਹੀਂ ਜਾਣ ਵਾਲੀਆਂ। ਔਰ ਆਪਣੀ ਕੌਮ ਨੂੰ ਇਹ ਸੁਨੇਹਾ ਦਿੰਦੇ ਹਾਂ ਕਿ ਵਾਰ-ਵਾਰ ਸਿੰਘ ਜਨਮ ਲੈਣਗੇ ਔਰ ਖਾਲਿਸਤਾਨ ਦਾ ਜਿੰਨਾ ਚਿਰ ਪਰਚਮ ਚਲਾ ਨਹੀਂ ਲੈਂਦੇ, ਆਪਣਾ ਪ੍ਰਭੂ ਸੱਤਾ ਆਜ਼ਾਦ ਦੇਸ਼ ਨਹੀਂ ਬਣਾ ਲੈਂਦੇ, ਉਨੀ ਦੇਰ ਤੱਕ ਕਿਸੇ ਵੀ ਰੂਪ ਵਿੱਚ ਆ ਭਾਵੇਂ ਸਿੰਘ ਖਾਲਿਸਤਾਨ ਦੀ ਜੰਗ ਜਾਰੀ ਰੱਖਣਗੇ। ਇਹ ਸਾਡਾ ਅੱਜ ਦਾ ਸੀ। ਅਮਿਤ ਸ਼ਾਹ ਵੱਲੋਂ ਕਿਹਾ ਜਾਂਦਾ ਕਿ ਭਾਰਤ ਵਿੱਚ ਖਾਲਿਸਤਾਨ ਦੀ ਗੱਲ ਨਹੀਂ ਚੱਲਦੀ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਤਾਂ ਪਹਿਲਾਂ ਕਹਿਤਾ, ਕੋਈ ਮਿੱਤ ਹੋਵੇ ਤੇ ਕੁਛ ਮਿੱਤ ਹੋਵੇ, ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂਗਾ। ਉਹ ਭਾਰਤ ਵਾਲੇ ਕੋਈ ਜੋ ਮਰਜ਼ੀ ਉਹਨਾਂ ਦਾ ਦੇਸ਼ ਉੱਧਰ ਕਹੀ ਜਾਣ, ਇਹ ਖਾਲਿਸਤਾਨ ਆ, ਇਹ ਸਿੱਖ ਰਾਸ਼ਟਰ ਆ। ਭਾਰਤ ਕਦੀ ਵੀ ਇਹ ਚੀਜ਼ ਭੁਲੇਖੇ 'ਚ ਤੇ ਸੁਪਨੇ 'ਚ ਵੀ ਨਾ ਸੋਚੇ ਕਿ ਇੱਥੇ ਇਹ ਖਾਲਿਸਤਾਨ ਦੀ ਗੱਲ ਬੰਦ ਹੋ ਜੂਗੀ ਜਾਂ ਨਾ। ਭਾਰਤ ਇੱਕ ਅਲੱਗ ਮੁਲਕ ਆ, ਉਹ ਵੱਖਰਾ ਹੈ। ਉਹਨਾਂ ਦੀ ਆਪਣੀ ਗੱਲ, ਉਹ ਆਪਣੀ ਗੱਲ ਜਿੱਧਰ ਮਰਜ਼ੀ ਜਿਹਨੂੰ ਕਹਿਣੀ ਕਹਿਣ, ਪਰ ਉਹ ਸਾਡੇ ਤੇ ਕੋਈ ਗੱਲ ਠੋਸਣ ਦਾ ਉਹਨਾਂ ਨੂੰ ਕੋਈ ਹੱਕ, ਹਕੂਕ, ਅਧਿਕਾਰ ਨਹੀਂ। ਅਸੀਂ ਖਾਲਿਸਤਾਨ ਦੀ ਧਰਤੀ ਦੇ ਜਾਏ ਆ। ਖਾਲਿਸਤਾਨ ਸਾਡਾ ਦੇਸ਼ ਆ, ਇਹਦੇ ਲਈ ਅਸੀਂ ਲੜਾਂਗੇ, ਮਰਾਂਗੇ, ਆਖਰੀ ਸਾਹ ਤੱਕ ਲੜਦੇ ਰਹਾਂਗੇ। ਇਹ ਸਾਡੀ ਧਰਤੀ ਆ ਖਾਲਿਸਤਾਨ ਦੀ, ਇੱਥੇ ਕਿਸੇ ਨੂੰ ਕੋਈ ਕਹਿਣ ਦਾ ਕੋਈ ਹੱਕ ਨਹੀਂਗਾ। ਨੌਜਵਾਨਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਦੇਖਦੇ ਹੋ ਖਾਲਿਸਤਾਨ ਨੂੰ ਲੈ ਕੇ? ਇਹ ਤਾਂ ਤੁਸੀਂ ਦੇਖ ਸਕਦੇ ਆ, ਚਾਹੇ ਕੋਈ ਯੂਨੀਵਰਸਿਟੀ ਦੇ ਵਿੱਚ ਹੈ, ਚਾਹੇ ਕੋਈ ਲਾ ਕਰ ਰਿਹਾ, ਜਿੱਥੇ ਸਿਧਾਂਤ ਦੀ ਗੱਲ ਆਉਂਦੀ, ਆਪਣੀ ਕੌਮ ਦੀ ਗੱਲ ਆਉਂਦੀ ਆ, ਆਪਣੇ ਇਸ਼ਟ ਦੀ ਗੱਲ ਆਉਂਦੀ ਆ, ਉੱਥੇ ਸਿੱਖ ਹਰ ਤਰ੍ਹਾਂ ਕਰਕੇ ਆਪਣੀ ਕੌਮ ਦੀ ਆਜ਼ਾਦੀ ਲਈ ਉਹ ਤਤਪਰ ਹੈ। ਉਹ ਜਿੱਥੇ ਵੀ ਖੜਾ ਹੈ, ਉਹ ਅੱਜ ਖਾਲਿਸਤਾਨ ਦੀਆਂ ਭਾਵਨਾ ਨਾਲ ਜੁੜਿਆ ਹੋਇਆ। ਸਿੱਖ ਨੌਜਵਾਨ ਨੂੰ ਇਹ ਅੱਜ ਕਹਿਣ ਦੀ ਲੋੜ ਨਹੀਂ। ਸਿੱਖ ਜਿਹੜਾ ਹੈ ਉਹ ਸੰਤ ਜਰਨੈਲ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਔਰ ਆਪਣੇ ਕੌਮੀ ਸ਼ਹੀਦਾਂ ਨੂੰ ਆਪਣਾ ਜਿਹੜਾ ਉਹ ਹੀਰੋ ਤੇ ਨਾਇਕ ਮੰਨਦੇ ਨੇ।